ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 243 ਤੋਂ ਲੈ ਕੇ 245 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੀ ਬਾਣੀ ਰਾਗ ਗੌੜੀ ਪੂਰਵੀ ਛੰਤ ਵਿੱਚ ਚੱਲ ਰਹੀ ਹੈ ਜੀ। ਆਓ ਆਪਾਂ ਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਰਾਗ ਗੌੜੀ ਪੂਰਵੀ ਛੰਤ ਮਹੱਲਾ ਤੀਜਾ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਸਾ ਤਨ ਬਿਨੋ ਕਰੇ ਜੀਓ ਹਰਿ ਕੇ ਗੁਣ ਸਾਰੇ। ਖਿਨ ਪਲ ਰਹਿ ਨਾ ਸਕੈ ਜੀਓ ਬਿਨ ਹਰ ਪਿਆਰੇ। ਬਿਨ ਹਰ ਪਿਆਰੇ ਰਹਿ ਨਾ ਸਾਕੈ ਗੁਰ ਬਿਨ ਮਹਿਲ ਨਾ ਪਾਈਐ। ਜੋ ਗੁਰ ਕਹੈ ਸੋਈ ਪਰ ਕੀਜੈ ਤਿਸਨਾ ਅਗਨ ਬੁਝਾਈਐ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਸ ਜੀਵ ਇਸਤਰੀ ਦੇ ਮਨ ਵਿੱਚ ਪਰਮਾਤਮਾ ਨੂੰ ਮਿਲਣ ਦੀ ਪਿਆਸ ਹੈ, ਕਹਿੰਦੇ ਉਹ ਫਿਰ ਪਰਮਾਤਮਾ ਨੂੰ ਬੇਨਤੀ ਕਰਦੀ ਹੈ ਦੀਦਾਰ ਲਈ ਅਤੇ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿੱਚ ਇਕੱਠੇ ਕਰਦੀ ਹੈ। ਉਹ ਕਹਿੰਦੀ ਕਿ ਪਰਮਾਤਮਾ ਜੀ ਦਾ ਦੀਦਾਰ ਕਰਨ ਤੋਂ ਬਿਨਾਂ ਮੈਂ ਇੱਕ ਪਲ ਲਈ ਵੀ ਆਤਮਿਕ ਸ਼ਾਂਤੀ ਨਹੀਂ ਪਾ ਸਕਦੀ। ਅਤੇ ਪਰਮਾਤਮਾ ਨੂੰ ਮਿਲ ਕਿਵੇਂ ਹੋਣਾ? ਕਹਿੰਦੇ ਗੁਰੂ ਤੋਂ ਬਿਨਾਂ, ਗੁਰੂ ਨੂੰ ਮਿਲੇ ਤੋਂ ਬਿਨਾਂ ਪਰਮਾਤਮਾ ਦੇ ਮਹਿਲ ਵਿੱਚ ਪਹੁੰਚ ਨਹੀਂ ਹੋ ਸਕਦੀ। ਫਿਰ ਕਹਿੰਦੇ ਜੋ ਵੀ ਗੁਰੂ ਸਾਨੂੰ ਸਿੱਖਿਆ ਦਿੰਦੇ ਨੇ ਕਰਨ ਦੇ ਲਈ, ਉਹ ਕਰਨ ਦੇ ਨਾਲ ਹੀ ਸਾਡੇ ਅੰਦਰੋਂ ਮਾਇਆ ਦੀ ਅਗਨੀ, ਤ੍ਰਿਸ਼ਨਾ ਦੀ ਅਗਨੀ ਬੁਝਦੀ ਹੈ, ਖਤਮ ਹੁੰਦੀ ਹੈ। ਹਰ ਸਾਚਾ ਸੋਈ ਤਿਸ ਬਿਨ ਅਵਰ ਨਾ ਕੋਈ। ਬਿਨ ਸੇਵੀਐ ਸੁਖ ਨਾ ਪਾਏ। ਨਾਨਕ ਸਾ ਧਨ ਮਿਲੈ ਮਿਲਾਈ ਜਿਸਨੂੰ ਆਪ ਮਿਲਾਏ। ਕਹਿੰਦੇ ਹੇ ਪਰਮਾਤਮਾ ਜੀ, ਤੁਹਾਡੇ ਤੋਂ ਬਿਨਾਂ ਸਾਡਾ ਕੋਈ ਨਹੀਂ ਹੈਗਾ। ਤੁਹਾਡੀ ਸੇਵਾ ਭਗਤੀ ਤੋਂ ਬਿਨਾਂ ਕਹਿੰਦੇ ਕੋਈ ਸੁੱਖ ਨਹੀਂ ਪਾ ਸਕਦਾ ਹੈਗਾ। ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਪਰਮਾਤਮਾ ਆਪ ਮਿਲਾ ਲਵੇ, ਉਹੀ ਜੀਵ ਪਰਮਾਤਮਾ ਦਾ ਮਿਲਾਪ ਪਾ ਸਕਦਾ। ਧਨ ਰੈਣ ਸੁਹੇਲੜੀਏ ਜੀਓ ਹਰਿ ਸਿਉ ਚਿਤ ਲਾਏ। ਸਤਿਗੁਰ ਸੇਵੇ ਪਾਉ ਕਰੇ ਜੀਓ ਵਿੱਚੋਂ ਆਪ ਗਵਾਏ। ਕਹਿੰਦੇ ਜਿਹੜੀ ਜੀਵ ਇਸਤਰੀ ਉਸ ਪਰਮਾਤਮਾ ਦੇ ਨਾਲ ਆਪਣਾ ਚਿੱਤ ਜੋੜ ਲੈਂਦੀ ਆ, ਉਹਦੀ ਕਹਿੰਦੇ ਇਹ ਜ਼ਿੰਦਗੀ ਰੂਪੀ ਜਿਹੜੀ ਰੈਣ ਆ, ਰਾਤ ਆ, ਸੁਖਾਲੀ ਬੀਤਦੀ ਹੈਗੀ ਆ। ਕਹਿੰਦੇ ਜੋ ਸਤਿਗੁਰੂ ਦੀ ਸੇਵਾ ਭਗਤੀ ਕਰਦੀ ਆ, ਸਤਿਗੁਰੂ ਨਾਲ ਪਿਆਰ ਕਰਦੀ ਆ ਜੀਵ ਇਸਤਰੀ, ਉਹ ਆਪਣੇ ਵਿੱਚੋਂ ਆਪਾ ਭਾਵ ਖਤਮ ਕਰ ਲੈਂਦੀ ਆ। ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅਨ ਦਿਨ ਲਾਗਾ ਪਾਓ। ਸੁਣ ਸਖੀ ਸਹੇਲੀ ਜੀ ਕੀ ਮੇਲੀ ਗੁਰ ਕੈ ਸ਼ਬਦ ਸਮਾਓ। ਕਹਿੰਦੇ ਜੋ ਜੀਵ ਇਸਤਰੀ ਪਰਮਾਤਮਾ ਦੇ ਗੁਣ ਗਾਉਂਦੀ ਆ, ਆਪਾ ਭਾਵ ਖਤਮ ਕਰ ਲੈਂਦੀ ਆ, ਕਹਿੰਦੇ ਉਹਦਾ ਹਰ ਵਕਤ ਹਰ ਦਿਨ ਕਹਿੰਦੇ ਉਹਦਾ ਪਿਆਰ ਪਰਮਾਤਮਾ ਨਾਲ ਬਣਿਆ ਰਹਿੰਦਾ। ਫਿਰ ਕਹਿੰਦੇ ਉਹ ਕਹਿੰਦੇ ਸਤ ਸੰਗੀ ਸਹੇਲੀ ਜਿਹਦਾ ਪਰਮਾਤਮਾ ਨਾਲ ਮੇਲ ਹੋਇਆ, ਉਹ ਕਹਿੰਦੇ ਦੱਸ ਰਹੀ ਆ ਕਿ ਗੁਰੂ ਦੇ ਸ਼ਬਦ ਦੇ ਨਾਲ ਹੀ ਪਰਮਾਤਮਾ ਦੇ ਚਰਨਾਂ ਵਿੱਚ ਸਮਾਇਆ ਜਾ ਸਕਦਾ ਹੈ। ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੈ ਧਰੀ ਪਿਆਰੋ। ਨਾਨਕ ਕਾਮਣ ਨਹਾ ਪਿਆਰੀ RAM ਨਾਮ ਗਲ ਹਾਰੋ। ਕਹਿੰਦੇ ਜੋ ਜੀਵ ਇਸਤਰੀ ਆਪਣੇ ਅੰਦਰ ਪਰਮਾਤਮਾ ਦੇ ਗੁਣ ਇਕੱਠੇ ਕਰਦੀ ਆ, ਕਹਿੰਦੇ ਪਰਮਾਤਮਾ ਦੇ
ਨਾਮ ਨਾਲ ਕਹਿੰਦੇ ਪਿਆਰ ਕਰਦੀ ਆ, ਪ੍ਰੇਮ ਰੰਗ 'ਚ ਰੰਗੀ ਰਹਿੰਦੀ ਆ, ਉਹੀ ਕਹਿੰਦੇ ਉਸ ਪਰਮਾਤਮਾ ਨੂੰ ਭਾਉਂਦੀ ਹੈਗੀ ਆ, ਚੰਗੀ ਲੱਗਦੀ ਆ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਇਸਤਰੀ ਨੇ ਆਪਣੇ ਗਲ ਦੇ ਵਿੱਚ ਨਾਮ ਦਾ ਹਾਰ ਬਣਾ ਲਿਆ, ਨਾਮ ਨੂੰ ਹਾਰ ਵਾਂਗ ਪਰੋ ਲਿਆ ਗਲ 'ਚ, ਉਹ ਉਸ ਪਰਮਾਤਮਾ ਪਤੀ ਨੂੰ ਪ੍ਰਸੰਨ ਕਰਦੀ ਹੈ। ਵਾਹਿਗੁਰੂ ਜੀ। ਧੰਨ ਏਕਲੜੀ ਜੀਓ ਬਿਨ ਨਾਹਾ ਪਿਆਰੇ, ਦੂਜੇ ਪਾਏ ਮੁੱਠੀ ਜੀਓ ਬਿਨ ਗੁਰ ਸ਼ਬਦ ਕਰਾਰੇ। ਕਹਿੰਦੇ ਜਦੋਂ ਤੱਕ ਪਰਮਾਤਮਾ ਪਤੀ ਦਾ ਮਿਲਾਪ ਨਹੀਂ ਹੁੰਦਾ ਉਦੋਂ ਤੱਕ ਜੀਵ ਇਸਤਰੀ ਇਕੱਲੀ ਹੈ। ਫਿਰ ਕਹਿੰਦੇ ਉਹਨੂੰ ਆਤਮਿਕ ਸ਼ਾਂਤੀ ਨਹੀਂ ਮਿਲਦੀ। ਉਹ ਕਹਿੰਦੇ ਦੂਜੇ ਹੋਰ ਪਰਮਾਤਮਾ ਦੇ ਪਿਆਰ ਨੂੰ ਛੱਡ ਕੇ ਹੋਰ ਦੂਜਿਆਂ ਦੇ ਪਿਆਰ ਵਿੱਚ, ਮਾਇਆ ਦੇ, ਵਿਕਾਰਾਂ ਦੇ, ਉਹਨਾਂ ਦੇ ਕਹਿੰਦੇ ਪਿਆਰ ਦੇ ਵਿੱਚ ਠੱਗੀ ਜਾਂਦੀ ਆ, ਕਿਉਂਕਿ ਗੁਰੂ ਦੇ ਸ਼ਬਦ ਦੇ ਨਾਲ ਨਹੀਂ ਜੁੜਦੀ। ਬਿਨ ਸ਼ਬਦ ਪਿਆਰੇ ਕੌਣ ਦੁੱਤਰ ਤਾਰੇ, ਮਾਇਆ ਮੋਹੇ ਖੁਆਈ, ਕੂੜ ਵਿਗੁੱਤੀ ਤਾਂ ਪਿਰ ਮੁੱਤੀ, ਸਾ ਤਨ ਮਹਿਲ ਨਾ ਪਾਈ। ਕਹਿੰਦੇ ਪਰਮਾਤਮਾ ਦੇ ਕਹਿੰਦੇ ਪਿਆਰੇ ਦੇ ਸ਼ਬਦ ਦੇ ਵਿੱਚ ਜੁੜਨ ਤੋਂ ਬਿਨਾਂ ਕਹਿੰਦੇ ਇਸ ਸੰਸਾਰ ਸਾਗਰ ਤੋਂ, ਮਾਇਆ ਤੋਂ ਕਹਿੰਦੇ ਕੌਣ ਜੀਵ ਇਸਤਰੀ ਨੂੰ ਤਾਰ ਸਕਦਾ ਹੈਗਾ। ਕੂੜ ਵਿਗੁੱਤੀ ਕਹਿੰਦੇ ਉਹ ਝੂਠੇ ਪਿਆਰ ਵਿੱਚ, ਝੂਠਾ ਪਿਆਰ ਜਿਹੜਾ ਖਤਮ ਹੋ ਜਾਣਾ, ਮਾਇਆ ਦਾ, ਸੰਸਾਰ ਦੇ ਭੋਗਾਂ ਦਾ, ਇਹ ਸਭ ਕੁਛ ਜਿਹੜੀ ਚੀਜ਼ ਚੱਲਣਹਾਰ ਹੈ ਉਹਦਾ ਪਿਆਰ ਵੀ ਝੂਠਾ ਹੈ। ਕਹਿੰਦੇ ਉਹਨਾਂ ਦੇ ਵਿੱਚ ਡੁੱਬ ਕੇ ਪਰਮਾਤਮਾ ਦੇ ਮਹਿਲ ਨੂੰ ਨਹੀਂ ਪਾ ਸਕਦੀ, ਪਰਮਾਤਮਾ ਨਾਲ ਜਾਣ ਪਛਾਣ ਨਹੀਂ ਕਰ ਸਕਦੀ। ਗੁਰ ਸ਼ਬਦੇ ਰਾਤੀ ਸਹਿਜੇ ਮਾਤੀ, ਆਨ ਦਿਨ ਰਹੇ ਸਮਾਏ, ਨਾਨਕ ਕਾਮਣ ਸਦਾ ਰੰਗ ਰਾਤੀ, ਹਰ ਜੀਓ ਆਪ ਮਿਲਾਏ। ਕਹਿੰਦੇ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੇ ਵਿੱਚ ਰੰਗੀ ਜਾਂਦੀ ਆ, ਉਹਦੇ ਵਿੱਚ ਆਤਮਿਕ ਅਡੋਲਤਾ ਆ ਜਾਂਦੀ ਆ। ਫਿਰ ਕਹਿੰਦੇ ਉਹ ਆਨੰਦਨ ਪਰਮਾਤਮਾ ਦੇ ਚਰਨਾਂ ਵਿੱਚ ਸਮਾਈ ਰਹਿੰਦੀ ਹੈ। ਨਾਨਕ ਜੀ ਕਹਿੰਦੇ ਨੇ ਜੋ ਜੀਵ ਇਸਤਰੀ ਕਹਿੰਦੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀ ਹੁੰਦੀ ਆ, ਉਹਨੂੰ ਕਹਿੰਦੇ ਪਰਮਾਤਮਾ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ। ਤਾਂ ਮਿਲੀਏ ਹਰ ਮੇਲੇ ਜੀਓ, ਹਰ ਬਿਨ ਕਵਣ ਮਿਲਾਏ, ਬਿਨ ਗੁਰ ਪ੍ਰੀਤਮ ਆਪਣੇ ਜੀਓ, ਕੌਣ ਪਰਮ ਚੁਕਾਏ। ਕਹਿੰਦੇ ਜੇ ਪਰਮਾਤਮਾ ਆਪ ਹੀ ਮਿਲਾਏ ਤਾਂ ਉਸ ਜੀਵ ਇਸਤਰੀ ਦਾ ਮਿਲਾਪ ਹੁੰਦਾ ਪਰਮਾਤਮਾ ਨਾਲ। ਪਰਮਾਤਮਾ ਦੇ ਮਿਲਾਉਣ ਤੋਂ ਬਿਨਾਂ ਹੋਰ ਕੌਣ ਕਹਿੰਦੇ ਮਿਲਾ ਸਕਦਾ ਜੀਵ ਨੂੰ। ਕਹਿੰਦੇ ਪਰਮਾਤਮਾ ਤੋਂ ਬਿਨਾਂ ਹੀ ਜੀਵ ਦਾ ਭਟਕਣਾ, ਅੰਦਰੋਂ ਭਰਮ ਹਿਰਦੇ 'ਚੋਂ ਕੌਣ ਖਤਮ ਕਰ ਸਕਦਾ। ਗੁਰ ਭਰਮ ਚੁਕਾਏ ਇਉਂ ਮਿਲੀਐ ਮਾਏ, ਤਾ ਸਾ ਤਨ ਸੁਖ ਪਾਏ, ਗੁਰ ਸੇਵਾ ਬਿਨ ਘੋਰ ਅੰਧਾਰ, ਬਿਨ ਗੁਰ ਮਗ ਨਾ ਪਾਏ। ਕਹਿੰਦੇ ਗੁਰੂ ਦੇ ਮਿਲਣ ਦੇ ਨਾਲ ਗੁਰੂ ਭਰਮ ਚੁਕਾ ਦਿੰਦੇ ਨੇ ਅੰਦਰੋਂ। ਫਿਰ ਕਹਿੰਦੇ ਹੇ ਮਾਂ ਇਸ ਤਰ੍ਹਾਂ ਜੀਵ ਇਸਤਰੀ ਪਰਮਾਤਮਾ ਨੂੰ ਮਿਲ ਕੇ ਸੁੱਖ ਪਾਉਂਦੀ ਹੈਗੀ ਆ। ਕਹਿੰਦੇ ਜਦੋਂ ਤੱਕ ਜੀਵ ਗੁਰੂ ਦੀ ਸੇਵਾ ਭਗਤੀ ਵਿੱਚ ਨਹੀਂ ਲੱਗਦਾ ਉਦੋਂ ਤੱਕ ਮਾਇਆ ਦੇ ਘੁੱਪ ਹਨੇਰੇ ਵਿੱਚ ਰਹਿੰਦਾ ਹੈ, ਅਤੇ ਬਿਨਾਂ ਗੁਰੂ ਦੇ ਦੱਸੇ ਮਾਰਗ ਤੋਂ ਬਿਨਾਂ ਪਰਮਾਤਮਾ ਪਾਇਆ ਨਹੀਂ ਜਾ ਸਕਦਾ। ਵਾਹਿਗੁਰੂ ਜੀ। ਗੁਰੂ ਨੂੰ ਵਿਚੋਲਾ ਬਣਨਾ ਹੀ ਪੈਂਦਾ। ਕਾਮਣ ਰੰਗ ਰਾਤੀ ਸਹਿਜੇ ਮਾਤੀ, ਗੁਰ ਕੈ ਸ਼ਬਦ ਵਿਚਾਰੇ, ਨਾਨਕ ਕਾਮਣ ਹਰ ਵਰ ਪਾਇਆ, ਗੁਰ ਕੈ ਪਾਏ ਪਿਆਰੇ। ਨਾਨਕ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਕਹਿੰਦੇ ਗੁਰੂ ਨੂੰ ਪਿਆਰ ਕਰਦੀ ਹੈ, ਗੁਰੂ ਨੂੰ ਪਿਆਰ ਕਰਨ ਦੀ ਬਰਕਤ ਦੇ ਨਾਲ ਉਹ ਹਰੀ ਰੂਪੀ ਵਰ ਨੂੰ ਪਾ ਲੈਂਦੀ ਹੈਗੀ ਆ। ਕਹਿੰਦੇ ਜੋ ਜੀਵ ਇਸਤਰੀ ਗੁਰੂ ਦੇ ਸ਼ਬਦ ਦੇ ਰੰਗ ਵਿੱਚ ਰੰਗੀ ਜਾਂਦੀ ਆ, ਗੁਰੂ ਦੇ ਸ਼ਬਦ ਨੂੰ ਵਿਚਾਰ ਕਰਦੀ ਆ, ਉਹ ਪਰਮਾਤਮਾ ਦੇ ਰੰਗ ਵਿੱਚ ਰੰਗੀ ਜਾਂਦੀ ਆ, ਅਤੇ ਇਸ ਤਰ੍ਹਾਂ ਫਿਰ ਉਹਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ।
ਗੌੜੀ ਮਹੱਲਾ ਤੀਜਾ। ਪਿਰ ਬਿਨ ਖਰੀ ਨਿਮਾਣੀ ਜੀਓ, ਬਿਨ ਪਿਰ ਕਿਉਂ ਜੀਵਾ ਮੇਰੀ ਮਾਈ। ਪਿਰ ਬਿਨ ਨੀਂਦ ਨ ਆਵੈ ਜੀਓ, ਕਾਪੜ ਤਨ ਨਾ ਸੁਹਾਈ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ, ਜੀਵ ਇਸਤਰੀ ਕਹਿ ਰਹੀ ਹੈ ਕਿ ਹੇ ਮੇਰੀ ਮਾਂ, ਪਰਮਾਤਮਾ ਪਤੀ ਨੂੰ ਮਿਲਣ ਤੋਂ ਬਿਨਾਂ ਮੈਂ ਬੜੀ ਕਮਜ਼ੋਰ ਹਾਂ। ਮੇਰਾ ਆਤਮਿਕ ਜੀਵਨ ਬੜਾ ਨਿਮਾਣਾ ਹੈ। ਕਹਿੰਦੇ ਪਰਮਾਤਮਾ ਨੂੰ ਮਿਲਣ ਤੋਂ ਬਿਨਾਂ ਮੇਰੀ ਜ਼ਿੰਦਗੀ ਦੇ ਵਿੱਚ ਆਤਮਿਕ ਸ਼ਾਂਤੀ ਦੀ ਨੀਂਦ ਨਹੀਂ ਆਉਂਦੀ। ਕੋਈ ਕੱਪੜਾ ਮੇਰੇ ਤਨ 'ਤੇ ਸੋਹਣਾ ਨਹੀਂ ਲੱਗਦਾ ਹੈ। ਕਾਪਰ ਤਨ ਸੁਹਾਵੈ, ਜਾ ਪਿਰ ਪਾਵੈ, ਗੁਰਮਤੀ ਚਿਤ ਲਾਈਐ। ਸਦਾ ਸੁਹਾਗਣ ਜਾ ਸਤਿਗੁਰ ਸੇਵੇ, ਗੁਰ ਕੈ ਅੰਕ ਸਮਾਈਐ। ਕਹਿੰਦੇ ਜੋ ਜੀਵ ਇਸਤਰੀ ਗੁਰੂ ਦੇ ਮੱਤ 'ਤੇ ਚੱਲ ਕੇ ਪਰਮਾਤਮਾ ਨਾਲ ਚਿੱਤ ਲਾਉਂਦੀ ਆ, ਫਿਰ ਉਹ ਪਰਮਾਤਮਾ ਪਤੀ ਨੂੰ ਚੰਗੀ ਲੱਗਦੀ ਆ। ਫਿਰ ਕਹਿੰਦੇ ਉਹਨੂੰ ਆਪਣੇ ਕੱਪੜੇ ਤਨ ਦੇ ਉੱਤੇ ਸੋਹਣੇ ਲੱਗਦੇ ਨੇ। ਕਹਿੰਦੇ ਉਹ ਜੀਵ ਇਸਤਰੀ ਜੋ ਸਤਿਗੁਰ ਦੀ ਸੇਵਾ ਭਗਤੀ ਕਰਦੀ ਆ, ਸਤਿਗੁਰ ਦੇ ਸ਼ਰਨ ਵਿੱਚ ਆਈ ਰਹਿੰਦੀ ਆ, ਉਹ ਫਿਰ ਪਰਮਾਤਮਾ ਦੀ ਸਦਾ ਸੁਹਾਗਣ ਜੀਵ ਇਸਤਰੀ ਬਣ ਜਾਂਦੀ ਆ। ਉਹ ਸਦਾ ਸੁਹਾਗ ਭਾਗ ਵਾਲੀ ਬਣ ਜਾਂਦੀ ਆ। ਗੁਰ ਸਬਦੈ ਮੇਲਾ ਤਾਂ ਪਿਰ ਰਾਵੀ, ਲਾਹਾ ਨਾਮ ਸੰਸਾਰੇ। ਨਾਨਕ ਕਾਮਣ ਨਾਹਾ ਪਿਆਰੀ, ਜਾ ਹਰ ਕੇ ਗੁਣ ਸਾਰੇ। ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਹੀ ਪਰਮਾਤਮਾ ਦੇ ਨਾਲ ਜੀਵ ਇਸਤਰੀ ਦਾ ਮੇਲ ਹੁੰਦਾ ਹੈ, ਮਿਲਾਪ ਹੁੰਦਾ ਹੈ। ਕਹਿੰਦੇ ਪਰਮਾਤਮਾ ਦੇ ਨਾਮ ਸਿਮਰਨ ਦਾ ਸੰਸਾਰ ਵਿੱਚ ਉਹ ਲਾਹਾ ਖੱਟਦੀ ਹੈ। ਨਾਨਕ ਜੀ ਕਹਿੰਦੇ ਨੇ, ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਗੁਣ ਸੰਭਾਲਦੀ ਹੈ, ਗੁਣਾਂ ਦਾ ਸਿਮਰਨ ਕਰਦੀ ਹੈ, ਉਹ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ। ਸਾ ਤਨ ਰੰਗ ਮਾਣੇ ਜੀਓ, ਆਪਣੇ ਨਾਲ ਪਿਆਰੇ। ਅਹਨਸ ਰੰਗ ਰਾਤੀ ਜੀਓ, ਗੁਰ ਸ਼ਬਦ ਵਿਚਾਰੇ। ਕਹਿੰਦੇ ਜੋ ਜੀਵ ਇਸਤਰੀ ਹਰ ਰੋਜ਼ ਕਹਿੰਦੇ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੀ ਰਹਿੰਦੀ ਆ, ਗੁਰੂ ਦੇ ਸ਼ਬਦ ਦੀ ਵਿਚਾਰ ਕਰਦੀ ਆ, ਉਹ ਕਹਿੰਦੇ ਫਿਰ ਉਸ ਪਰਮਾਤਮਾ ਦੇ ਨਾਲ ਆਨੰਦ ਮਾਣਦੀ ਹੈ। ਜੀਵਨ ਦਾ ਆਨੰਦ ਉਸ ਨੂੰ ਹੀ ਮਿਲਦਾ ਹੈ। ਗੁਰ ਸ਼ਬਦ ਵਿਚਾਰੇ, ਹਉਮੈ ਮਾਰੇ, ਇਨ ਬਿਦ ਮਿਲੋ ਪਿਆਰੇ। ਸਾ ਤਨ ਸੁਹਾਗਣ ਸਦਾ ਰੰਗ ਰਾਤੀ, ਸਾਚੈ ਨਾਮ ਪਿਆਰੇ। ਕਹਿੰਦੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਤੇ ਅੰਦਰੋਂ ਹਉਮੈ ਨੂੰ ਮਾਰ ਕੇ, ਇਸ ਤਰ੍ਹਾਂ ਹੀ ਕਹਿੰਦੇ ਪਿਆਰੇ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ। ਜੋ ਜੀਵ ਇਸਤਰੀ ਕਹਿੰਦੇ ਹਰ ਰੋਜ਼ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੀ ਰਹਿੰਦੀ ਹੈ, ਉਹੀ ਜੀਵ ਇਸਤਰੀ ਸੁਹਾਗਣ ਬਣਦੀ ਹੈ ਪਰਮਾਤਮਾ ਪਤੀ ਦੀ। ਆਪਣੇ ਗੁਰ ਮਿਲ ਰਹੀਐ, ਅੰਮ੍ਰਿਤ ਗਹੀਐ, ਦੁਬਿਧਾ ਮਾਰ ਨਿਵਾਰੇ। ਨਾਨਕ ਕਾਮਣ ਹਰ ਵਰ ਪਾਇਆ, ਸਗਲੇ ਦੁਖ ਵਿਸਾਰੇ। ਕਹਿੰਦੇ ਜੀਵ ਇਸਤਰੀ ਲਈ ਫੱਬਦਾ ਹੈ ਕਿ ਹਮੇਸ਼ਾ ਗੁਰੂ ਦੀ ਸ਼ਰਨ ਵਿੱਚ ਰਹੇ। ਗੁਰੂ ਦੀ ਸ਼ਰਨ ਵਿੱਚ ਰਹਿਣ ਦੇ ਨਾਲ ਅੰਮ੍ਰਿਤ ਰੂਪੀ ਨਾਮ ਮਿਲਦਾ ਹੈ ਤੇ ਉਹਦੇ ਅੰਦਰੋਂ ਮਾਇਆ ਦੀ ਦੁਬਿਧਾ, ਮੇਰ ਤੇਰ ਦੀ ਦੁਬਿਧਾ ਖਤਮ ਹੁੰਦੀ ਹੈ। ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਜੀਵ ਇਸਤਰੀ ਹਰੀ ਪਰਮਾਤਮਾ ਦਾ ਵਰ ਪਾ ਲੈਂਦੀ ਹੈ, ਹਰੀ ਪਰਮਾਤਮਾ ਰੂਪੀ ਵਰ ਪਾ ਲੈਂਦੀ ਹੈ ਤੇ ਉਹਦੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ। ਕਾਮਣ ਪਿਰੋਂ ਭੁੱਲੀ ਜੀਓ, ਮਾਇਆ ਮੋਹੇ ਪਿਆਰੇ। ਝੂਠੀ ਝੂਠ ਲੱਗੀ ਜੀਓ, ਕੂੜ ਮੁੱਠੀ ਕੁੜਿਆਰੇ। ਕਹਿੰਦੇ ਜਿਹੜੀ ਜੀਵ ਇਸਤਰੀ ਪਰਮਾਤਮਾ ਨੂੰ ਮਨ ਤੋਂ ਵਿਸਾਰ ਦਿੰਦੀ ਆ, ਮਾਇਆ ਦੇ ਮੋਹ ਵਿੱਚ ਲੱਗਦੀ ਆ, ਕਹਿੰਦੇ ਫਿਰ ਕਿਉਂਕਿ ਮਾਇਆ ਦਾ ਮੋਹ ਝੂਠਾ ਹੈਗਾ ਤੇ 4 ਦਿਨਾਂ ਦਾ ਹੈ,
ਫਿਰ ਕਹਿੰਦੇ ਉਹ ਮਾਇਆ ਦੇ ਮੋਹ ਵਿੱਚ ਲੱਗ ਕੇ ਠੱਗੀ ਜਾਂਦੀ ਹੈ। ਫਿਰ ਉਹਦੇ ਕੋਲ ਨਾਮ ਰੂਪੀ ਧਨ ਇਕੱਠਾ ਨਹੀਂ ਕਰ ਹੁੰਦਾ। ਕੂੜ ਨਿਵਾਰੇ ਗੁਰਮਤਿ ਸਾਰੇ, ਜੂਐ ਜਨਮ ਨ ਹਾਰੇ। ਗੁਰ ਸ਼ਬਦ ਸੇਵੇ ਸੱਚ ਸਮਾਵੈ, ਵਿੱਚੋਂ ਹਉਮੈ ਮਾਰੇ। ਕਹਿੰਦੇ ਜੋ ਜੀਵ ਇਸਤਰੀ ਗੁਰੂ ਦੇ ਮੱਤ 'ਤੇ ਚੱਲ ਕੇ ਅੰਦਰੋਂ ਮਾਇਆ ਦਾ ਪਿਆਰ ਖਤਮ ਕਰ ਲੈਂਦੀ ਹੈ, ਉਹ ਫਿਰ ਕਹਿੰਦੇ ਇਹ ਮਨੁੱਖਾ ਜੀਵਨ ਦੀ ਬਾਜੀ ਹਾਰਦੀ ਨਹੀਂ ਹੈ। ਉਹ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਪਰਮਾਤਮਾ ਦੇ ਵਿੱਚ ਸਮਾਈ ਰਹਿੰਦੀ ਆ ਅਤੇ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦੀ ਆ। ਹਰਿ ਕਾ ਨਾਮ ਹਿਰਦੈ ਵਸਾਏ, ਐਸਾ ਕਰੇ ਸਿਗਾਰੋ। ਨਾਨਕ ਕਾਮਣ ਸਹਿਜ ਸਮਾਣੀ, ਜਿਸ ਸਾਚਾ ਨਾਮ ਆਧਾਰੋ। ਕਹਿੰਦੇ ਜੋ ਜੀਵ ਇਸਤਰੀ ਪਰਮਾਤਮਾ ਦੇ ਨਾਮ ਨੂੰ ਹਿਰਦੇ 'ਚ ਵਸਾਉਂਦੀ ਆ, ਕਹਿੰਦੇ ਇਸ ਨਾਮ ਰਾਹੀਂ ਆਪਣਾ ਆਤਮਿਕ ਸਿਗਾਰ ਕਰਦੀ ਆ। ਕਹਿੰਦੇ ਜਿਹੜੀ ਜੀਵ ਇਸਤਰੀ ਸੱਚੇ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਂਦੀ ਆ, ਉਹ ਫਿਰ ਆਤਮਿਕ ਅਡੋਲਤਾ ਵਿੱਚ ਸਮਾਈ ਰਹਿੰਦੀ ਆ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨਿਮਾਣੀ। ਮੈਂ ਨੈਣੀ ਨੀਂਦ ਨ ਆਵੈ ਜੀਓ, ਭਾਵੈ ਅੰਨ ਨ ਪਾਣੀ। ਫਿਰ ਕਹਿੰਦੇ ਜੋ ਜੀਵ ਇਸਤਰੀ ਪਰਮਾਤਮਾ ਦੇ ਅੱਗੇ ਅਰਜ਼ੋਈ ਕਰਦੀ ਹੈ ਮਿਲਣ ਦੇ ਲਈ ਕਿ ਹੇ ਪਰਮਾਤਮਾ ਜੀ, ਤੁਹਾਡੇ ਤੋਂ ਬਿਨਾਂ ਮੈਂ ਬਹੁਤ ਕਮਜ਼ੋਰ ਹਾਂ ਆਤਮਿਕ ਤੌਰ 'ਤੇ। ਕਹਿੰਦੇ ਮੈਨੂੰ ਤੁਹਾਡਾ ਮਿਲਾਪ ਚਾਹੀਦਾ ਹੈ, ਤੁਹਾਡੇ ਤੋਂ ਬਿਨਾਂ ਮੇਰੀ ਜ਼ਿੰਦਗੀ ਦੇ ਵਿੱਚ ਕੋਈ ਸੁੱਖ ਨਹੀਂ ਹੈ। ਮੈਨੂੰ ਕੋਈ ਨਾ ਅੰਨ ਨਾ ਪਾਣੀ, ਮੈਨੂੰ ਕੁਛ ਵੀ ਚੰਗਾ ਨਹੀਂ ਲੱਗ ਰਿਹਾ। ਪਾਣੀ ਅੰਨ ਨ ਪਾਵੈ, ਮਰੀਐ ਹਾਵੈ, ਬਿਨ ਪਿਰ ਕੋ ਸੁਖ ਪਾਈਐ। ਗੁਰ ਆਗੈ ਕਰੋ ਬਿਨੰਤੀ, ਜੇ ਗੁਰ ਪਾਵੈ, ਜਿਉ ਮਿਲੈ ਤਿਵੈ ਮਿਲਾਈਐ। ਕਹਿੰਦੇ ਫਿਰ ਉਹ ਜੀਵ ਇਸਤਰੀ ਉਹਨੂੰ ਪਰਮਾਤਮਾ ਦੇ ਵਿਛੋੜੇ ਵਿੱਚ ਅੰਨ ਪਾਣੀ ਕੁਛ ਵੀ ਨਹੀਂ ਚੰਗਾ ਲੱਗਦਾ। ਉਹਨੂੰ ਕਹਿੰਦੇ ਕੋਈ ਸੁੱਖ ਨਹੀਂ ਹੈ, ਕਿਉਂਕਿ ਉਹਨੂੰ ਪਰਮਾਤਮਾ ਦਾ ਵਿਛੋੜਾ ਹੈ। ਫਿਰ ਕਹਿੰਦੇ ਉਹ ਪਰਮਾਤਮਾ ਅੱਗੇ ਬੇਨਤੀ ਕਰਦੀ ਹੈ ਕਿ ਗੁਰੂ ਦੇ ਅੱਗੇ ਬੇਨਤੀ ਕਰਦੀ ਹੈ ਕਿ ਜਿਸ ਤਰ੍ਹਾਂ ਵੀ ਗੁਰੂ ਨੂੰ ਚੰਗਾ ਲੱਗੇ ਉਸ ਤਰ੍ਹਾਂ ਹੀ ਮੇਰਾ ਪਰਮਾਤਮਾ ਦੇ ਨਾਲ ਮਿਲਾਪ ਕਰਾ ਦੇਵੇ, ਕਿ ਗੁਰੂ ਨੇ ਹੀ ਪਰਮਾਤਮਾ ਨਾਲ ਮਿਲਾਪ ਕਰਾਉਣਾ ਹੈ। ਆਪੇ ਮੇਲ ਲਏ ਸੁਖ ਦਾਤਾ, ਆਪ ਮਿਲਿਆ ਘਰ ਆਏ। ਨਾਨਕ ਕਾਮਣ ਸਦਾ ਸੁਹਾਗਣ, ਨਾ ਪਿਰ ਮਰੈ ਨਾ ਜਾਏ। ਫਿਰ ਕਹਿੰਦੇ ਉਹ ਸੁੱਖਾਂ ਦਾ ਦਾਤਾ ਪਰਮਾਤਮਾ ਜਦੋਂ ਕਿਸੇ ਜੀਵ 'ਤੇ ਦਿਆਲੂ ਹੁੰਦਾ ਹੈ, ਫਿਰ ਕਹਿੰਦੇ ਆਪ ਹੀ ਆ ਕੇ ਹਿਰਦੇ ਘਰ ਵਿੱਚ ਉਸ ਜੀਵ ਦੇ ਨਾਲ ਮਿਲਾਪ ਹੁੰਦਾ ਹੈ। ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਜਦੋਂ ਉਸ ਜੀਵ ਦਾ ਪਰਮਾਤਮਾ ਨਾਲ ਮਿਲਾਪ ਹੋ ਗਿਆ, ਉਹ ਜੀਵ ਸਦਾ ਲਈ ਸੁਹਾਗਣ ਬਣ ਗਿਆ। ਸਦਾ ਲਈ ਕਿਉਂ? ਕਿਉਂਕਿ ਪਰਮਾਤਮਾ ਉਹਦਾ ਸੁਹਾਗਪਤੀ ਹੈ ਔਰ ਪਰਮਾਤਮਾ ਅਟੱਲ ਹੈ। ਪਰਮਾਤਮਾ ਨਾ ਕਦੇ ਮਰਦਾ ਹੈ, ਨਾ ਕਦੇ ਉਹਨੂੰ ਛੱਡ ਕੇ ਜਾਂਦਾ ਹੈ। ਫਿਰ ਇਸ ਲਈ ਉਹ ਸਦਾ ਸੁਹਾਗਣ ਕਹਾਉਂਦੀ ਹੈ ਉਹ ਜੀਵ ਇਸਤਰੀ ਜਿਹਦਾ ਪਰਮਾਤਮਾ ਨਾਲ ਆਪਣੇ ਹਿਰਦੇ ਰੂਪੀ ਸੇਜ 'ਤੇ ਮਿਲਾਪ ਹੋ ਗਿਆ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਮਹੱਲਾ ਤੀਜਾ। ਕਾਮਣ ਹਰ ਰਸ ਬੇਦੀ ਜੀਓ, ਹਰ ਕੈ ਸਹਿਜ ਸੁਪਾਏ। ਮਨ ਮੋਹਨ ਮੋਹਿ ਲਿਆ ਜੀਓ, ਦੁਬਦਾ ਸਹਿਜ ਸਮਾਏ। ਹਾਂਜੀ ਸੰਗਤ ਜੀ, ਗੁਰੂ ਅਮਰਦਾਸ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਕਹਿੰਦੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਆ, ਫਿਰ ਕਹਿੰਦੇ ਉਹ ਪਰਮਾਤਮਾ ਦੇ ਰਾਹੀਂ ਆਤਮਿਕ ਅਡੋਲਤਾ ਵਿੱਚ ਟਿਕੀ ਰਹਿੰਦੀ ਆ। ਉਹਦਾ ਕਹਿੰਦੇ ਮਨ ਪਰਮਾਤਮਾ ਨੇ ਮੋਹ ਲਿਆ ਹੁੰਦਾ, ਉਹ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਆ
ਤੇ ਉਹਦੀ ਜਿਹੜੀ ਅੰਦਰੋਂ ਦੁਬਿਧਾ ਖਤਮ ਹੋ ਜਾਂਦੀ ਆ, ਉਹ ਆਤਮਿਕ ਅਡੋਲਤਾ ਰਾਹੀਂ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਰਹਿੰਦੀ ਆ। ਦੁਬਿਧਾ ਸਹਿਜ ਸਮਾਏ, ਕਾਮਣ ਵਰ ਪਾਏ, ਗੁਰਮਤੀ ਰੰਗ ਲਾਏ। ਇਹ ਸਰੀਰ ਕੂੜ ਕੁਸਤ ਭਰਿਆ, ਗਲਤਾਈ ਪਾਪ ਕਮਾਏ। ਕਹਿੰਦੇ ਇਹ ਸਰੀਰ ਤਾਂ ਕਹਿੰਦੇ ਸਾਡਾ ਝੂਠੀ ਜਿਹੜੀ ਮਾਇਆ ਹੈਗੀ ਆ, ਕਹਿੰਦੇ ਉਹਦੇ ਨਾਲ ਭਰਿਆ ਪਿਆ। ਕਹਿੰਦੇ ਉਹਦੇ ਕਰਕੇ ਜੀਵ ਪਾਪਾਂ ਵਿੱਚ ਗਲਤਾਨ ਨੇ। ਪਰ ਕਹਿੰਦੇ ਜੋ ਜੀਵ ਕਹਿੰਦੇ ਗੁਰੂ ਦੀ ਮੱਤ 'ਤੇ ਚੱਲ ਕੇ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ, ਕਹਿੰਦੇ ਉਹਨਾਂ ਦੀ ਦੁਬਿਧਾ ਖਤਮ ਹੋ ਜਾਂਦੀ ਆ, ਉਹ ਆਤਮਿਕ ਅਡੋਲਤਾ 'ਚ ਟਿਕ ਜਾਂਦੇ ਨੇ, ਉਹ ਪਰਮਾਤਮਾ ਰੂਪੀ ਵਰ ਨੂੰ ਪਾ ਲੈਂਦੇ ਨੇ। ਵਾਹਿਗੁਰੂ ਜੀ। ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ, ਬਿਨ ਭਗਤੀ ਮੈਲ ਨ ਜਾਏ। ਨਾਨਕ ਕਾਮਣ ਪਿਰੈ ਪਿਆਰੀ, ਵਿੱਚੋਂ ਆਪ ਗਵਾਏ। ਕਹਿੰਦੇ ਜੋ ਜੀਵ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਭਗਤੀ ਕਰਦੇ ਨੇ, ਉਹਨਾਂ ਦੇ ਅੰਦਰ ਕਹਿੰਦੇ ਆਤਮਿਕ ਜੀਵਨ ਦੀ ਰੌਂ ਉਪਜਦੀ ਹੈ। ਤੇ ਕਹਿੰਦੇ ਭਗਤੀ ਤੋਂ ਬਿਨਾਂ ਜੀਵ ਦੇ ਅੰਦਰੋਂ ਵਿਕਾਰਾਂ ਦੀ ਮੈਲ ਖਤਮ ਨਹੀਂ ਹੋ ਸਕਦੀ। ਨਾਨਕ ਜੀ ਕਹਿੰਦੇ ਨੇ ਜਿਹੜੀ ਜੀਵ ਇਸਤਰੀ ਆਪਣੇ ਅੰਦਰੋਂ ਆਪਾ ਭਾਵ ਖਤਮ ਕਰ ਲੈਂਦੀ ਹੈ, ਉਹੀ ਕਹਿੰਦੇ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ। ਕਾਮਣ ਪਿਰ ਪਾਇਆ ਜੀਓ, ਗੁਰ ਕੈ ਪਾਏ ਪਿਆਰੇ। ਰੈਣ ਸੁਖ ਸੁੱਤੀ ਜੀਓ, ਅੰਤਰ ਉਰ ਧਾਰੇ। ਕਹਿੰਦੇ ਜਿਸ ਜੀਵ ਇਸਤਰੀ ਨੇ ਆਪਣੇ ਅੰਤਰ ਆਤਮੇ ਉਸ ਪਰਮਾਤਮਾ ਦੇ ਪ੍ਰੇਮ ਨਾਲ ਰੰਗ ਲਿਆ, ਉਸ ਦੀ ਕਹਿੰਦੇ ਜਿਹੜੀ ਇਹ ਜੀਵਨ ਰੂਪੀ ਰਾਤਰੀ ਹੈ, ਇਹ ਕਹਿੰਦੇ ਬੜੀ ਸੁੱਖਾਂ 'ਚ ਬੀਤਦੀ ਹੈ। ਕਹਿੰਦੇ ਇਸ ਤਰ੍ਹਾਂ ਉਹ ਜੀਵ ਇਸਤਰੀ ਗੁਰੂ ਨੂੰ ਪ੍ਰੇਮ ਕਰਨ ਦੀ ਬਰਕਤ ਦੇ ਨਾਲ ਪਰਮਾਤਮਾ ਪਤੀ ਨੂੰ ਪਾ ਲੈਂਦੀ ਹੈ। ਅੰਤਰ ਉਰ ਧਾਰੇ, ਮਿਲੀਐ ਪਿਆਰੇ, ਅਨ ਦਿਨ ਦੁੱਖ ਨਿਵਾਰੇ। ਅੰਤਰ ਮਹਿਲ ਪਿਰ ਰਾਵੇ, ਕਾਮਣ ਗੁਰਮਤੀ ਵਿਚਾਰੇ। ਕਹਿੰਦੇ ਇਸ ਤਰ੍ਹਾਂ ਜਿਹੜੀ ਜੀਵ ਇਸਤਰੀ ਕਹਿੰਦੇ ਗੁਰੂ ਦੀ ਮੱਤ 'ਤੇ ਚੱਲ ਕੇ ਅੰਦਰ ਆਪਣੇ ਪਰਮਾਤਮਾ ਦੇ ਗੁਣਾਂ ਨੂੰ ਵਿਚਾਰਦੀ ਹੈਗੀ ਆ, ਉਹ ਕਹਿੰਦੇ ਪਰਮਾਤਮਾ ਦੇ ਮਹਿਲ ਤੱਕ ਪਹੁੰਚਦੀ ਹੈ। ਅੰਦਰ ਆਪਣੇ ਹਿਰਦੇ ਵਿੱਚ ਕਹਿੰਦੇ ਪਰਮਾਤਮਾ ਨੂੰ ਮਿਲ ਕੇ ਉਹ ਆਪਣੇ ਸਾਰੇ ਦੁੱਖ ਖਤਮ ਕਰ ਲੈਂਦੀ ਹੈ। ਅੰਮ੍ਰਿਤ ਨਾਮ ਪੀਆ ਦਿਨ ਰਾਤੀ, ਦੁਬਿਧਾ ਮਾਰ ਨਿਵਾਰੇ। ਨਾਨਕ ਸੱਚ ਮਿਲੀ ਸੁਹਾਗਣ, ਗੁਰ ਕੈ ਹੇਤ ਅਪਾਰੇ। ਕਹਿੰਦੇ ਜਿਹੜੀ ਜੀਵ ਇਸਤਰੀ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪੀਂਦੀ ਹੈ, ਉਹ ਆਪਣੇ ਅੰਦਰੋਂ ਤੇਰ ਮੇਰ ਦੁਬਿਧਾ ਖਤਮ ਕਰ ਲੈਂਦੀ ਹੈ। ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਗੁਰੂ ਨੂੰ ਪਿਆਰ ਕਰਨ ਦੇ ਨਾਲ, ਗੁਰੂ ਨੂੰ ਪਿਆਰ ਕਰਨ ਦੀ ਬਰਕਤ ਦੇ ਨਾਲ ਜੀਵ ਇਸਤਰੀ ਪਰਮਾਤਮਾ ਨੂੰ ਮਿਲਦੀ ਹੈ ਤੇ ਸੁਹਾਗਣ ਕਹਾਉਂਦੀ ਹੈ। ਆਵੋ ਦਿਆ ਕਰੇ ਜੀਓ, ਪ੍ਰੀਤਮ ਅਤ ਪਿਆਰੇ। ਕਾਮਣ ਬਿਨੋ ਕਰੇ ਜੀਓ, ਸੱਚ ਸ਼ਬਦ ਸਿਗਾਰੇ। ਕਹਿੰਦੇ ਜੋ ਜੀਵ ਇਸਤਰੀ ਆਪਣੇ ਅੰਦਰੋਂ ਸੱਚ ਦੇ ਸ਼ਬਦ ਦੇ ਨਾਲ ਸਿਗਾਰ ਕਰਦੀ ਹੈ, ਮੈਲ ਵਿਕਾਰਾਂ ਦੀ ਖਤਮ ਕਰ ਲੈਂਦੀ ਹੈ, ਉਹ ਪਰਮਾਤਮਾ ਨੂੰ ਦੀਦਾਰ ਦੀ ਬੇਨਤੀ ਕਰਦੀ ਹੈ ਕਿ ਪਰਮਾਤਮਾ ਜੀ ਮੇਰੇ 'ਤੇ ਦਇਆ ਕਰੋ, ਮੈਨੂੰ ਆਪਣਾ ਦਰਸ਼ਨ ਦਿਓ, ਮੇਰੇ ਨਾਲ ਮਿਲਾਪ ਕਰੋ। ਵਾਹਿਗੁਰੂ ਜੀ। ਸੱਚ ਸ਼ਬਦ ਸਿਗਾਰੇ, ਹਉਮੈ ਮਾਰੇ, ਗੁਰਮੁਖ ਕਾਰਜ ਸਵਾਰੇ। ਜੁਗ ਜੁਗ ਏਕੋ ਸੱਚਾ ਸੋਈ, ਬੂਝੈ ਗੁਰ ਵਿਚਾਰੇ। ਕਹਿੰਦੇ ਜੋ ਜੀਵ ਇਸਤਰੀ ਗੁਰੂ ਦੇ ਸਨਮੁਖ ਹੋ ਕੇ ਕਹਿੰਦੇ
ਸੱਚੇ ਦੇ ਸ਼ਬਦ ਦੇ ਨਾਲ ਆਪਣੇ ਆਤਮਿਕ ਜੀਵਨ ਨੂੰ ਸੋਹਣਾ ਬਣਾਉਂਦੀ ਆ, ਅੰਦਰੋਂ ਆਪਣੇ ਹਉਮੈ ਨੂੰ ਖਤਮ ਕਰਦੀ ਆ, ਗੁਰੂ ਦੀ ਸਿੱਖਿਆ 'ਤੇ ਚੱਲ ਕੇ ਪਰਮਾਤਮਾ ਦੇ ਗੁਣ ਵਿਚਾਰਦੀ ਆ। ਪਰਮਾਤਮਾ ਦੇ ਨਾਲ ਉਹੀ ਕਹਿੰਦੇ ਸਾਂਝ ਪਾ ਸਕਦੀ ਆ, ਉਹ ਪਰਮਾਤਮਾ ਜੋ ਹਰ ਇੱਕ ਯੁੱਗ ਦੇ ਵਿੱਚ ਉਹੀ ਹੈ, ਹਰ ਇੱਕ ਯੁੱਗ ਦੇ ਵਿੱਚ ਉਹੀ ਸੱਚਾ ਪਰਮਾਤਮਾ ਹੈ। ਮਨ ਮੁਖ ਕਾਮ ਵਿਆਪੀ, ਮੋਹ ਸੰਤਾਪੀ, ਕਿਸ ਆਗੈ ਜਾਏ ਪੁਕਾਰੇ। ਨਾਨਕ ਮਨ ਮੁਖ ਥਾਓ ਨ ਪਾਏ, ਬਿਨ ਗੁਰ ਅਤ ਪਿਆਰੇ। ਕਹਿੰਦੇ ਦੂਜੇ ਪਾਸੇ ਉਹ ਜੀਵ ਇਸਤਰੀ ਜਿਸਨੇ ਆਪਣੇ ਮੁਖ ਨੂੰ ਅੱਗੇ ਰੱਖਿਆ, ਆਪਣੇ ਮਨ ਦੇ ਕਹਿੰਦੇ ਪਿੱਛੇ ਚੱਲਦੀ ਹੈ, ਜੋ ਕਹਿੰਦੇ ਕਾਮਨਾਵਾਂ ਵਿੱਚ ਵਿਆਪੀ ਹੋਈ ਆ, ਮੋਹ ਦੇ ਵਿੱਚ ਕਹਿੰਦੇ ਉਹਨੂੰ ਮੋਹ ਸੰਤਾਪ ਲੱਗਿਆ ਹੋਇਆ ਉਹਨੂੰ, ਕਹਿੰਦੇ ਉਹ ਕਹਿੰਦੇ ਕਿਸ ਅੱਗੇ ਜਾ ਕੇ ਪੁਕਾਰ ਕਰੇ ਕਿ ਉਹਦਾ ਵੀ ਇੱਥੋਂ ਬੰਦ ਖਲਾਸੀ ਹੋ ਸਕੇ, ਵਿਕਾਰਾਂ ਕੋਲੋਂ ਮੁਕਤੀ ਮਿਲ ਸਕੇ। ਫਿਰ ਨਾਨਕ ਜੀ ਕਹਿੰਦੇ ਨੇ ਮਨਮੁਖ ਥਾਓ ਨ ਪਾਏ, ਬਿਨ ਗੁਰ ਅਤ ਪਿਆਰੇ। ਕਹਿੰਦੇ ਮਨਮੁਖ ਵੀ ਜਿਹੜੇ ਗੁਰੂ ਦੀ ਸ਼ਰਨ ਆਉਣ ਤੋਂ ਬਿਨਾਂ ਕਹਿੰਦੇ ਉਹ ਖਲਾਸੀ ਇਹਨਾਂ ਵਿਕਾਰਾਂ ਤੋਂ ਨਹੀਂ ਪਾ ਸਕਦੀ, ਉਹਨੂੰ ਪਰਮਾਤਮਾ ਦੇ ਚਰਨਾਂ ਵਿੱਚ ਟਿਕਾਣਾ ਨਹੀਂ ਮਿਲ ਸਕਦਾ, ਉਹਨੂੰ ਵੀ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਣਾ। ਮੁੰਦ ਇਆਣੀ ਭੋਲੀ ਨੀ ਗੁਣੀਆਂ, ਜੀਓ ਪਿਰ ਅਗੰਮ ਅਪਾਰਾ। ਆਪੇ ਮੇਲ ਮਿਲੀਐ ਜੀਓ, ਆਪੇ ਬਖਸ਼ਣ ਹਾਰਾ। ਕਹਿੰਦੇ ਜੀਵ ਤਾਂ ਜਿਸ ਤਰ੍ਹਾਂ ਇੱਕ ਤਰ੍ਹਾਂ ਕਹਿ ਲਓ ਵੀ ਭੋਲਾ ਹੈ, ਗੁਣਹੀਨ ਹੈ, ਤੇ ਦੂਜੇ ਪਾਸੇ ਪਰਮਾਤਮਾ ਪਤੀ ਅਪਹੁੰਚ ਹੈ, ਬੇਅੰਤ ਹੈ। ਕਹਿੰਦੇ ਕਿਸ ਤਰ੍ਹਾਂ ਮਿਲਿਆ ਜਾਏ? ਫਿਰ ਕਹਿੰਦੇ ਉਹ ਪਰਮਾਤਮਾ ਆਪੇ ਹੀ ਬਖਸ਼ਣਹਾਰਾ ਹੈ, ਜੀਵ ਨੂੰ ਉਹ ਆਪੇ ਹੀ ਮੇਲ ਲੈਂਦਾ ਹੈ, ਜਿਸ 'ਤੇ ਰਹਿਮਤ ਕਰਦਾ ਹੈ। ਅਵਗਣ ਬਖਸ਼ਣਹਾਰਾ, ਕਾਮਣ ਕੰਤ ਪਿਆਰਾ। ਘਟ ਘਟ ਰਿਹਾ ਸਮਾਈ, ਪ੍ਰੇਮ ਪ੍ਰੀਤ ਪਾਏ ਭਗਤੀ ਪਾਈਐ। ਸਤਿਗੁਰ ਬੂਝ ਬੁਝਾਈ। ਕਹਿੰਦੇ ਉਹ ਪਰਮਾਤਮਾ ਸਾਡੇ ਔਗਣ ਬਖਸ਼ਣਹਾਰਾ ਹੈ, ਕਹਿੰਦੇ ਉਹ ਸਾਨੂੰ ਪਿਆਰ ਕਰਨ ਵਾਲਾ ਹੈ, ਉਹ ਹਰ ਇੱਕ ਘਟ ਵਿੱਚ ਵਿਆਪਕ ਹੈ। ਕਹਿੰਦੇ ਸਤਿਗੁਰ ਨੇ ਇਹ ਦੱਸੀ ਹੈ ਭੇਤ ਦੀ ਗੱਲ ਕਿ ਉਹ ਪਰਮਾਤਮਾ ਪ੍ਰੇਮਾ ਭਗਤੀ ਦੇ ਨਾਲ ਪਾਇਆ ਜਾ ਸਕਦਾ ਹੈ। ਪਰਮਾਤਮਾ ਨੂੰ ਕਹਿੰਦੇ ਜੇ ਪਾਉਣਾ ਹੈ ਤਾਂ ਉਸ ਨੂੰ ਪ੍ਰੇਮ ਕਰੀਏ ਤੇ ਉਹਦੀ ਭਗਤੀ ਕਰੀਏ। ਕਹਿੰਦੇ ਸਦਾ ਆਨੰਦ ਰਹੇ ਦਿਨ ਰਾਤੀ, ਅਨ ਦਿਨ ਰਹੇ ਲਿਵ ਲਾਈ। ਨਾਨਕ ਸਹਜੇ ਹਰ ਵਰ ਪਾਇਆ, ਸਾ ਤਨ ਨੌ ਨਿਧ ਪਾਈ। ਕਹਿੰਦੇ ਜੋ ਜੀਵ ਅਨ ਦਿਨ ਹਰ ਵਕਤ ਦਿਨ ਰਾਤ ਕਹਿੰਦੇ ਉਸ ਪਰਮਾਤਮਾ ਦੇ ਚਰਨਾਂ 'ਚ ਲਿਵ ਲਾਈ ਰੱਖਦਾ, ਉਹਨੂੰ ਕਹਿੰਦੇ ਹਮੇਸ਼ਾ ਆਨੰਦ ਬਣਿਆ ਰਹਿੰਦਾ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਪਰਮਾਤਮਾ ਰੂਪੀ ਵਰ ਪਾ ਲਿਆ, ਉਸ ਨੂੰ ਕਹਿੰਦੇ ਸੰਸਾਰ ਦੇ 9 ਖਜ਼ਾਨੇ ਰੂਪੀ ਧਨ ਮਿਲ ਗਿਆ, ਉਹ ਫਿਰ ਹਮੇਸ਼ਾ ਆਨੰਦ ਵਿੱਚ ਹੈ। ਹਾਂਜੀ, ਜਿਸ ਤਰ੍ਹਾਂ ਆਪਾਂ ਦੇਖੀਏ ਸੰਗਤ ਜੀ, ਹਰ ਇੱਕ ਅੰਗ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਬਾਣੀ ਦੇ ਵਿੱਚ ਕਿਸ ਤਰ੍ਹਾਂ ਆਪਾਂ ਨੂੰ ਗੁਰੂ ਸਾਹਿਬਾਨ ਨੇ, ਭਗਤ ਸਾਹਿਬਾਨ ਨੇ ਇੱਕੋ ਗੱਲ ਦੁਬਾਰਾ ਸਾਨੂੰ ਦੱਸ ਰਹੇ ਨੇ ਕਿ ਕਿਤੇ ਸਾਡੇ ਚੰਚਲ ਮਨ 'ਤੇ ਕਹਿੰਦੇ ਵੀ ਇਸ ਗੱਲ ਦਾ ਅਸਰ ਹੋ ਜਾਵੇ ਤੇ ਅਸੀਂ ਉਹਦਾ ਨਾਮ ਜਪ ਲਈਏ, ਗੁਰੂ ਦੀ ਸ਼ਰਨ ਲੈ ਲਈਏ। ਬਸ ਇਹੀ ਹੈ, ਸਿੱਧੀ ਗੱਲ ਹੈ, ਗੁਰੂ ਦੀ ਸ਼ਰਨ ਆਉਣਾ ਤੇ ਗੁਰੂ ਦੇ ਕੋਲੋਂ ਨਾਮ ਦਾਨ ਮਿਲ ਜਾਣਾ ਤੇ ਨਾਮ ਦੀ ਕਮਾਈ ਹੋ ਜਾਣੀ, ਪਰਮਾਤਮਾ ਦੀ ਰਹਿਮਤ ਹੋ ਜਾਣੀ। ਬਸ ਇਹੀ ਉਹਦੇ ਚਰਨਾਂ 'ਚ ਸਮਾਈ ਆ, ਇਹੀ ਸਾਡਾ ਜੀਵਨ ਮੁਕਤ ਹੋਣਾ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ। ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਦੇਣੀ ਸਤਿਗੁਰ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ।